ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਦਇਆ ਕਿਰਪਾ ਅਸੀਸ ਦੇ ਨਾਲ ਅੱਜ ਦਾ ਵਿਸ਼ਾ ਹੈ ਗੁਰਬਾਣੀ। ਗੁਰਮੁਖ ਪਿਆਰਿਆਂ ਦੀ ਜਿਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਉਹ ਜਦੋਂ ਵੀ ਗੁਰਬਾਣੀ ਨੂੰ ਗੁਰੂ ਰੂਪ ਸਮਝ ਕੇ ਪੜ੍ਹਨਗੇ, ਅਭਿਆਸੀ ਨੂੰ ਉਸੇ ਤਰ੍ਹਾਂ ਦੇ ਇਸ਼ਾਰੇ ਗੁਰਬਾਣੀ ਵਿੱਚੋਂ ਮਿਲ ਜਾਂਦੇ ਹਨ। ਗੁਰਬਾਣੀ ਨੂੰ ਜਿਹੜੇ ਗੁਰੂ ਰੂਪ ਸਮਝ ਕੇ ਪੜ੍ਹਦੇ ਹਨ, ਸੁਣਦੇ ਹਨ, ਵਿਚਾਰ ਕਰਦੇ ਹਨ, ਫਿਰ ਜਿਸ ਤਰ੍ਹਾਂ ਦੀ ਅਵਸਥਾ ਨਾਮ ਸਿਮਰਨ ਅਭਿਆਸੀ ਦੀ ਹੋਵੇਗੀ, ਜਾਂ ਗੁਰੂ ਘਰ ਵਿੱਚ ਆਉਣ ਵਾਲੇ ਦੀ ਜਿਸ ਤਰ੍ਹਾਂ ਦੀ ਅਵਸਥਾ ਹੋਵੇਗੀ, ਉਸ ਨੂੰ ਉਸੇ ਤਰ੍ਹਾਂ ਦੇ ਇਸ਼ਾਰੇ ਗੁਰਬਾਣੀ ਵਿੱਚੋਂ ਮਿਲ ਜਾਣਗੇ। ਜਿਉਂ-ਜਿਉਂ ਜੀਵ ਦੀ, ਇਨਸਾਨ ਦੀ ਅਵਸਥਾ ਬਦਲਦੀ ਜਾਂਦੀ ਹੈ, ਗੁਰਬਾਣੀ ਇੱਕ ਸੱਚੇ ਉਸਤਾਦ ਵਾਂਗੂ ਅਭਿਆਸੀ ਦੀ ਅਗਵਾਈ, ਰਹਿਨੁਮਾਈ ਕਰਦੀ ਹੈ। ਗੁਰਬਾਣੀ ਸਾਡੇ ਮਨ ਉੱਪਰ ਸੱਟਾਂ ਮਾਰਦੀ ਹੈ, ਚੋਟਾਂ ਮਾਰਦੀ ਹੈ। ਜਿਹੜੀਆਂ ਕਮੀਆਂ ਕਰਕੇ ਅਸੀਂ, ਜਿਹੜੇ ਅਵਗੁਣਾ ਕਰਕੇ ਅਸੀਂ ਅਕਾਲ ਪੁਰਖ ਤੋਂ ਦੂਰ ਹਾਂ, ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ, ਗੁਰਬਾਣੀ ਦੀ ਕਥਾ ਸੁਣਾਂਗੇ, ਫਿਰ ਉਹ ਔਗਣ ਇੱਕ ਸ਼ੀਸ਼ੇ ਵਾਂਗੂ ਸਾਡੇ ਸਾਹਮਣੇ ਆ ਜਾਣਗੇ। ਜਿਸ ਤਰ੍ਹਾਂ ਗੁਰਮੁਖ ਪਿਆਰੇ ਮਸਕੀਨ ਸਿੰਘ ਜੀ ਨੇ ਆਪਣੀ ਕਥਾ ਵਿੱਚ ਦੱਸਿਆ ਹੈ, ਕਈ ਵਾਰ ਦੱਸਿਆ ਹੈ, ਕੋਈ ਰਾਣੀ ਰੰਗ ਦੀ ਬੜੀ ਕਰੂਪ ਸੀ। ਜਦੋਂ ਵੀ ਸ਼ੀਸ਼ਾ ਵੇਖੇ ਤੇ ਸ਼ੀਸ਼ਾ ਤੋੜ ਦਿੰਦੀ ਸੀ, ਤੇ ਨਿਤ ਨਵਾਂ ਸ਼ੀਸ਼ਾ ਮੰਗਵਾਉਣਾ, ਸ਼ੀਸ਼ਾ ਵੇਖਣਾ, ਸ਼ੀਸ਼ਾ ਤੋੜ ਦੇਣਾ। ਇੱਕ ਦਿਨ ਸੈਨਾਪਤੀ ਨੂੰ ਆਖਣ ਲੱਗੀ ਕਿ ਇਸ ਵਾਰ ਐਸਾ ਸ਼ੀਸ਼ਾ ਲੈ ਕੇ ਆਓ ਜਿਸ ਸ਼ੀਸ਼ੇ ਦੇ ਵਿੱਚ ਮੈਂ ਸੋਹਣੀ ਦਿਸਾਂ। ਹਾਂ, ਪਰ ਜੇ ਸ਼ੀਸ਼ੇ ਵਿੱਚ ਫੇਰ ਮੈਂ ਸੋਹਣੀ ਨਾ ਦਿਸੀ ਤੇ ਸ਼ੀਸ਼ੇ ਦੇ ਟੁਕੜੇ ਬਾਅਦ ਵਿੱਚ ਹੋਣਗੇ, ਉਸ ਤੋਂ ਪਹਿਲਾਂ ਆਪ ਜੀ ਦੇ ਟੁਕੜੇ ਕੀਤੇ ਜਾਣਗੇ। ਇਹ ਗੱਲ ਸੁਣ ਕੇ ਸੈਨਾਪਤੀ ਬੜਾ ਹੈਰਾਨ ਹੋਇਆ। ਜਦੋਂ ਸ਼ੀਸ਼ਾ ਲੈਣ ਗਿਆ, ਕੋਈ ਕਾਮਲ ਫਕੀਰ ਮਿਲ ਗਿਆ। ਕਾਮਲ ਫਕੀਰ ਉਸ ਸੈਨਾਪਤੀ ਦੇ ਨਾਲ ਆਇਆ। ਜਦੋਂ ਰਾਣੀ ਨੇ ਸ਼ੀਸ਼ਾ ਵੇਖਿਆ, ਸ਼ੀਸ਼ਾ ਤੋੜਨ ਲੱਗੀ ਤੇ ਫਕੀਰ ਨੇ ਆਖਿਆ ਕਿ ਰਾਣੀ, ਜਿਸ ਤਰ੍ਹਾਂ ਦੀ ਤੇਰੀ ਸ਼ਕਲ ਹੈ ਨਾ, ਸ਼ੀਸ਼ਾ ਉਸੇ ਤਰ੍ਹਾਂ ਦੀ ਸ਼ਕਲ ਤੈਨੂੰ ਤੇਰੀ ਵਿਖਾ ਦੇਵੇਗਾ। ਇਸੇ ਤਰ੍ਹਾਂ ਗੁਰਬਾਣੀ ਆਇਨਾ ਹੈ, ਸ਼ੀਸ਼ਾ ਹੈ, ਅਕਸ਼ ਹੈ। ਜਿਸ ਤਰ੍ਹਾਂ ਦੀ ਅਵਸਥਾ ਸਾਡੇ ਮਨ ਦੀ ਹੈ, ਜਿਸ ਤਰ੍ਹਾਂ ਦਾ ਸੁਭਾਅ ਸਾਡੇ ਮਨ ਦਾ ਹੈ, ਸਤਿਗੁਰੂ ਦੀ ਬਾਣੀ ਫਿਰ ਸਾਡਾ ਮਨ ਦਾ ਸੁਭਾਅ ਸਾਡੇ ਸਾਹਮਣੇ ਲਿਆ ਕੇ ਰੱਖ ਦਿੰਦੀ ਹੈ ਕਿ ਲੈ ਭਾਈ, ਤੇਰਾ ਆਹ ਸੁਭਾਅ ਹੈ ਤੇ ਇਸ ਸੁਭਾਅ ਖਾਤਰ ਤੈਨੂੰ ਗੁਰੂ ਨਾਨਕ ਦੀ ਖੁਸ਼ੀ ਨਹੀਂ ਮਿਲਦੀ, ਤੇ ਨਾ ਹੀ ਸਿਮਰਨ ਕਰਨ ਦੇ ਨਾਲ ਤੇਰੀ ਕੋਈ ਅਵਸਥਾ ਬਣਦੀ ਹੈ, ਨਾ ਪ੍ਰਕਾਸ਼ ਹੁੰਦਾ ਹੈ, ਨਾ ਅਨਹਦ ਸ਼ਬਦ ਸੁਣਦਾ ਹੈ,
ਨਾ ਤੇਰੀ ਕੋਈ ਬੇਨਤੀ ਪ੍ਰਵਾਨ ਹੁੰਦੀ ਹੈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਬੜੀਆਂ ਕਮੀਆਂ ਹਨ, ਸਾਡੇ ਸੁਭਾਅ ਵਿੱਚ ਬੜੀਆਂ ਕਮੀਆਂ ਹਨ। ਸਾਡਾ ਸੁਭਾਅ ਗੁਰਮੁਖ ਪਿਆਰਿਆਂ ਵਾਲਾ ਨਹੀਂ। ਸਾਡਾ ਸੁਭਾਅ ਕੀ ਹੈ? ਫਿੱਕਾ ਬੋਲਣਾ, ਕੁੜੱਤਣ ਰੱਖਣੀ ਸੁਭਾਅ ਵਿੱਚ, ਨਿੰਦਿਆ ਕਰਨੀ, ਚੁਗਲੀ ਕਰਨੀ, ਪਰ ਸਾਨੂੰ ਖੁਦ ਪਤਾ ਨਹੀਂ। ਜਦੋਂ ਆਪਾਂ ਗੁਰੂ ਦੇ ਕੋਲ ਆਵਾਂਗੇ ਨਾ, ਸਤਿਗੁਰ ਦੀ ਬਾਣੀ ਸਾਨੂੰ ਦੱਸ ਦੇਵੇਗੀ ਕਿ ਇਸ ਸੁਭਾਅ ਖਾਤਰ ਤੈਨੂੰ ਅਕਾਲ ਪੁਰਖ ਦੀ ਖੁਸ਼ੀ ਨਹੀਂ ਮਿਲਦੀ ਤੇ ਨਾ ਤੇਰੀ ਅਵਸਥਾ ਬਦਲਦੀ ਹੈ। ਇਸ ਤਰ੍ਹਾਂ ਗੁਰਬਾਣੀ ਸੱਚੇ ਉਸਤਾਦ ਵਾਂਗੂ ਸਾਡੀ ਅਗਵਾਈ ਕਰਦੀ ਹੈ। ਫਿਰ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਨਾ, ਭਾਵਨਾ ਦੇ ਨਾਲ, ਸ਼ਰਧਾ ਨਾਲ ਤੇ ਨਾਲ ਸਿਮਰਨ ਕਰਾਂਗੇ, ਫਿਰ ਜਿਉਂ-ਜਿਉਂ ਸਾਡੀ ਅਵਸਥਾ ਬਦਲਦੀ ਜਾਵੇਗੀ ਤੇ ਗੁਰਬਾਣੀ ਦੇ ਅਰਥ ਵੀ ਬਦਲਦੇ ਜਾਣਗੇ, ਵਿਚਾਰ ਵੀ ਬਦਲਦੀ ਜਾਵੇਗੀ। ਗੁਰਬਾਣੀ ਦੇ ਨਿਤ ਨਵੀਂ ਸਾਨੂੰ ਸਮਝ ਆਵੇਗੀ। ਗੁਰਬਾਣੀ ਦੇ ਅਰਥ ਵੀ ਬਦਲਦੇ ਜਾਣਗੇ। ਕਿਉਂ? ਜਿਉਂ-ਜਿਉਂ ਸਾਡੇ ਮਨ ਦੀ ਅਵਸਥਾ ਬਦਲਦੀ ਜਾਵੇਗੀ, ਗੁਰਬਾਣੀ ਦੇ ਅਰਥ ਵੀ ਬਦਲਦੇ ਜਾਂਦੇ ਹਨ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਸਾਡੇ ਮਨ ਦੀ ਜਿਸ ਤਰ੍ਹਾਂ ਦੀ ਅਵਸਥਾ ਹੈ, ਗੁਰਬਾਣੀ ਸਾਨੂੰ ਉਸੇ ਤਰ੍ਹਾਂ ਦੀ ਅਗਵਾਈ ਕਰਕੇ ਦਿੰਦੀ ਹੈ ਕਿ ਭਾਈ ਤੇਰੇ ਮਨ ਦੀ ਆਹ ਅਵਸਥਾ ਹੈ। ਇਸ ਤਰ੍ਹਾਂ ਗੁਰਬਾਣੀ ਇੱਕ ਸੱਚੇ ਉਸਤਾਦ ਵਾਂਗ ਆਪਣੇ ਸਿੱਖ ਦੀ ਅਗਵਾਈ ਕਰਦੀ ਹੈ, ਰਹਿਨੁਮਾਈ ਕਰਦੀ ਹੈ। ਪਰ ਜੇ ਅਸੀਂ ਗੁਰਬਾਣੀ ਨੂੰ ਗੁਰੂ ਰੂਪ ਸਮਝ ਕੇ ਪੜ੍ਹੀਏ, ਜੇ ਗੁਰੂ ਰੂਪ ਸਮਝ ਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਈਏ, ਤਾਂ ਕਿਤੇ ਜਾ ਕੇ ਸਤਿਗੁਰ ਦੀ ਬਾਣੀ ਸਾਡੀ ਅਗਵਾਈ ਕਰਦੀ ਹੈ। ਦੂਜਾ, ਗੁਰਬਾਣੀ ਦੇ ਵਿੱਚ ਕਈ ਐਸੇ ਸ਼ਬਦ ਹਨ ਜਿਸ ਨੂੰ ਪੜ੍ਹ ਕੇ ਸਾਨੂੰ ਲੱਗਦਾ ਹੈ ਕਿ ਗੁਰਬਾਣੀ ਸਵੈ ਵਿਰੋਧੀ ਹੈ। ਸਵੈ ਵਿਰੋਧੀ ਦਾ ਅਰਥ ਹੈ ਕਿ ਜਦੋਂ ਆਪਾਂ ਗੁਰਬਾਣੀ ਪੜ੍ਹੀਏ, ਕਈ ਥਾਂ ਤੇ ਸਤਿਗੁਰੂ ਜੀ ਨੇ ਲਿਖਿਆ ਹੈ, ਸੁਣ ਸਖੀਏ ਮਿਲ ਉਦਮ ਕਰਿਆ, ਮਨਾਏ ਲੈ ਹੇ ਹਰ ਕੰਤੈ। ਜਾਂ ਫਿਰ ਕਈ ਥਾਂ ਤੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ, ਮਾਫ ਕਰਿਓ, ਸਤਿਗੁਰ ਨੇ ਲਿਖਿਆ, ਪ੍ਰਭ ਬਾਹਾਂ ਪਕੜ ਜਿਸ ਮਾਰਗ ਪਾਵਹੋ, ਸੋ ਤੁਧ ਜੰਤ ਮਿਲਾਸ। ਜਾਂ ਫਿਰ ਸਤਿਗੁਰ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਿਆ, ਜਾਪ ਤਾਪ ਨੇਮ ਸੋਚ ਸੰਜਮ, ਨਾਹੀ ਏਨ ਵਿਦੇ ਛੁਟਕਾਰ। ਹੁਣ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਸਾਨੂੰ ਇਸ ਤਰ੍ਹਾਂ ਲੱਗੇਗਾ ਕਿ ਗੁਰਬਾਣੀ ਤਾਂ ਸਵੈ ਵਿਰੋਧੀ ਹੈ। ਸਤਿਗੁਰੂ ਜੀ ਨੇ ਪਹਿਲਾਂ ਆਖਿਆ ਸੀ ਕਿ ਸਿਮਰਨ ਕਰਿਆ ਕਰੋ, ਫਿਰ ਸਤਿਗੁਰੂ ਜੀ ਨੇ ਆਖਿਆ ਕਿ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਅਕਾਲ ਪੁਰਖ ਆਪ ਸਿਮਰਨ ਦੇ ਮਾਰਗ ਉੱਪਰ ਲਾ ਦੇਣ। ਸੇ ਸਿਮਰ ਹੈ ਜਿਨ ਆਪ ਸਿਮਰਾਏ। ਸਤਿਗੁਰੂ ਜੀ ਨੇ ਫਿਰ ਗੁਰਬਾਣੀ ਅੰਦਰ ਐਸਾ ਆਖ ਦਿੱਤਾ ਕਿ ਭਾਵੇਂ ਜਪ ਤਪ ਕਰੀ ਜਾਓ, ਸੁਖ ਸੰਜਮ ਕਰੋ, ਪਰ ਇਹਨਾਂ ਸਾਧਨਾਂ ਨਾਲ ਛੁਟਕਾਰਾ ਨਹੀਂ ਹੋਵੇਗਾ। ਹੋਰ ਸਾਨੂੰ ਲੱਗਦਾ ਹੈ ਕਿ ਗੁਰਬਾਣੀ ਸਵੈ ਵਿਰੋਧੀ ਹੈ, ਪਰ ਨਹੀਂ। ਜਦੋਂ ਆਪਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ, ਜਦੋਂ ਆਪਾਂ ਸਿਮਰਨ ਦੇ ਮਾਰਗ ਉੱਪਰ ਤੁਰ ਪਾਵਾਂਗੇ ਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਸਵੈ ਵਿਰੋਧੀ ਨਹੀਂ। ਗੁਰਬਾਣੀ ਸਵੈ ਵਿਰੋਧੀ ਨਹੀਂ ਹੈ। ਗੁਰਬਾਣੀ ਸਾਡੇ ਮਨ ਦੀ ਅਵਸਥਾ ਅਨੁਸਾਰ ਸਾਨੂੰ ਉਪਦੇਸ਼ ਕਰ ਰਹੀ ਹੈ। ਜਿਸ ਤਰ੍ਹਾਂ ਦੀ ਸਾਡੀ ਮਨ ਦੀ ਅਵਸਥਾ ਹੈ, ਗੁਰਬਾਣੀ ਸਾਨੂੰ ਉਸੇ ਤਰ੍ਹਾਂ ਦਾ ਇਸ਼ਾਰਾ ਕਰਦੀ ਹੈ। ਸੋ ਇਸ ਕਰਕੇ ਭਾਈ ਗੁਰਬਾਣੀ ਸਵੈ ਵਿਰੋਧੀ ਨਹੀਂ। ਗੁਰਬਾਣੀ ਸਵੈ ਵਿਰੋਧੀ ਨਹੀਂ ਹੈ। ਗੁਰਬਾਣੀ ਇੱਕ ਸੱਚੇ ਉਸਤਾਦ ਵਾਂਗ ਸਾਡੀ ਅਗਵਾਈ, ਸਾਡੀ ਰਹਿਨੁਮਾਈ ਕਰਦੀ ਹੈ। ਜਿਸ ਤਰ੍ਹਾਂ ਦੀ ਅਵਸਥਾ ਸਾਡੇ ਮਨ ਦੀ ਹੈ, ਗੁਰਬਾਣੀ ਵਿੱਚੋਂ ਸਾਨੂੰ ਉਸੇ ਤਰ੍ਹਾਂ ਦੇ ਇਸ਼ਾਰੇ ਮਿਲਦੇ ਹਨ। ਸੋ ਭਾਈ ਇਸ ਕਰਕੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ,
ਅਤ ਜ਼ਰੂਰੀ ਹੈ। ਹਾਂ, ਘਰ ਵਿੱਚ ਵੀ ਗੁਰਬਾਣੀ ਪੜ੍ਹੋ, ਪਰ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਿਆ ਕਰੋ, ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਭੀ ਗਤ ਪਾਹੇ। ਸਤਿਗੁਰ ਅੱਗੇ ਬੇਨਤੀ ਕਰਿਆ ਕਰੋ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਹੇ ਧੰਨ ਗੁਰੂ ਨਾਨਕ ਸਾਹਿਬ ਜੀ, ਜਿਹੜੇ ਆਪ ਜੀ ਦੇ ਪਿਆਰੇ ਸਿੱਖ ਹਨ ਨਾ, ਪਿਆਰੇ ਦਾਸ ਹਨ, ਮੈਂ ਮੂਰਖ ਨੂੰ ਉਹਨਾਂ ਦੀ ਸੰਗਤ ਬਖਸ਼ੋ, ਤਾਂ ਜੋ ਮੈਨੂੰ ਆਪ ਜੀ ਦੀ ਪ੍ਰਾਪਤੀ ਹੋਵੇ, ਮੈਨੂੰ ਆਪ ਜੀ ਦੇ ਦਰਸ਼ਨ ਹੋ ਜਾਣ। ਸੋ ਆਪ ਜੀ ਦੇ ਜਿਹੜੇ ਗੁਰਮੁਖ ਪਿਆਰੇ ਹਨ ਸਤਿਗੁਰੂ ਜੀ, ਜਿਹੜੇ ਆਪ ਜੀ ਨੂੰ ਬੜੇ ਪਿਆਰੇ ਲੱਗਦੇ ਹਨ, ਜਿਹੜੇ ਚੱਤੋ ਪੈਰ ਸਿਮਰਨ ਵਿੱਚ ਬੈਠੇ ਰਹਿੰਦੇ ਹਨ, ਜਿਹੜੇ ਚੱਤੋ ਪੈਰ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹਨ, ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼ੋ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੈਨੂੰ ਆਪ ਜੀ ਦਾ ਮਿਲਾਪ ਹੋਵੇ। ਜਦੋਂ ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਗੁਰੂ ਕਿਰਪਾ ਨਾਲ ਆਪਾਂ ਨੂੰ ਮਿਲ ਜਾਵੇਗੀ, ਫਿਰ ਸਾਨੂੰ ਸਹੀ ਅਰਥਾਂ ਵਿੱਚ ਪਤਾ ਲੱਗੇਗਾ ਕਿ ਗੁਰਬਾਣੀ ਸਵੈ ਵਿਰੋਧੀ ਨਹੀਂ, ਗੁਰਬਾਣੀ ਸਵੈ ਵਿਰੋਧੀ ਨਹੀਂ ਹੈ। ਗੁਰਬਾਣੀ ਸਾਨੂੰ ਉਸੇ ਤਰ੍ਹਾਂ ਦੇ ਇਸ਼ਾਰੇ ਕਰਦੀ ਹੈ ਜੋ ਅਵਸਥਾ ਸਾਡੇ ਮਨ ਦੀ ਹੈ। ਭਾਈ, ਜਦੋਂ ਵੀ ਆਪਾਂ ਗੁਰਬਾਣੀ ਨੂੰ ਗੁਰੂ ਰੂਪ ਸਮਝ ਕੇ ਪੜ੍ਹਾਂਗੇ, ਗੁਰਬਾਣੀ ਸੱਚੇ ਉਸਤਾਦ ਵਾਂਗ, ਸੱਚੇ ਗੁਰੂ ਵਾਂਗ ਸਾਡੀ ਰਹਿਨੁਮਾਈ ਅਤੇ ਸਾਡੀ ਅਗਵਾਈ ਕਰਦੀ ਹੈ ਜੀ। ਗੁਰੂ ਕਿਰਪਾ ਕਰੇ, ਗੁਰੂ ਉਪਦੇਸ਼ ਸਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ ਜੀ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲੇ, ਜਿਹੜੇ ਚੱਤੋ ਪੈਰ ਸਿਮਰਨ ਵਿੱਚ ਰਹਿੰਦੇ ਹਨ, ਊਠਤ ਬੈਠਤ ਸੋਵਤ ਜਾਗਤ, ਜਿਹੜੇ ਹਰ ਸਮੇਂ ਸਿਮਰਨ ਦੇ ਨਾਲ ਜੁੜੇ ਰਹਿੰਦੇ ਹਨ, ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲੇ ਜੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਉਪਦੇਸ਼ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ, ਗੁਰੂ ਬਚਨਾਂ ਅਨੁਸਾਰ ਸਾਡਾ ਮਨ ਮੰਨ ਜਾਵੇ ਜੀ। ਸੋ ਬੇਨਤੀਆਂ ਪ੍ਰਵਾਨ ਕਰੋ। ਗੁਰਬਾਣੀ ਵਿਚਾਰ ਕਰਦੇ ਸਮੇਂ ਖੋਟੀ ਮੱਤ ਅਤੇ ਤੋਸ਼ ਬੁੱਧੀ ਹੋਣ ਕਰਕੇ ਏਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਜੀ ਅਤੇ ਉਹਨਾਂ ਦੀ ਸੰਗਤ ਬੜੀ ਦਿਆਲੂ ਕਿਰਪਾਲੂ ਹੈ। ਬਖਸ਼ੋ ਆਓ ਗੁਰੂ ਫਤਿਹ ਨਾਲ ਸਾਂਝ ਪਾ ਕੇ ਗੁਰੂ ਨਾਨਕ ਸਾਹਿਬ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।